ਨਾਨਕ ਰਾਮ ਦਮੋਦਰ ਮਾਧਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਨੀ ਜਿਨ ਬਿਨ ਦੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਨੀ ਜਿਨ ਬਿਨ ਦੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨ ਸਚ ਨਾਮ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਏਮਨ ਹੋ ਕਰਕੇ ਜੋ ਸਤਿਗੁਰੂ ਮਹਾਰਾਜ ਜੀ ਨੇ ਅੱਜ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਗੁਰੂ ਰਾਮਦਾਸ ਮਹਾਰਾਜ ਇਸ ਵਾਰ ਦੇ ਉਚਾਰਨ ਕਰਤਾ ਨੇ। ਚੌਥੀ ਪੌੜੀ ਹੈ ਤੇ ਨਾਲ 2 ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਕਿਤ ਕੀਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 643 ਤੋਂ ਹੁਕਮਨਾਮਾ ਸਾਹਿਬ ਦੀ ਆਰੰਭਤਾ ਹੋ ਕੇ 644 ਅੰਗ ਤੇ ਸੰਪੂਰਨ ਹੋਈ ਸੀ। ਗੁਰੂ ਲੜੀ ਦੇ ਰੂਪ ਦੇ ਵਿੱਚ ਜੋ ਹਾਜ਼ਰੀ ਲਗਵਾਉਣਾ ਕਰੀਏ। ਮਨ ਕਰੋ ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ। ਆਖੋ ਜੀ ਸਤਨਾਮ ਸ਼੍ਰੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਆਰਬਲਾ ਜਦ 9 ਸਾਲ ਦੀ ਹੋਈ, ਪਿਤਾ ਮਹਿਤਾ ਕਾਲੂ ਜੀ ਨੇ, ਮਹਿਤਾ ਕਲਿਆਣ ਦਾਸ ਜੀ ਨੇ, ਜੋ ਉਸ ਵੇਲੇ ਦੀ ਧਰਮ ਦੀ ਰੀਤ ਸੀ ਉਹਨੂੰ ਪੂਰਾ ਕਰਨ ਵਾਸਤੇ ਪੰਡਿਤ ਹਰਦਿਆਲ ਜੀ ਨੂੰ ਸੱਦਾ ਭੇਜ ਦਿੱਤਾ ਕਿ ਸਾਡੇ ਪੁੱਤਰ ਦੀ ਉਮਰ, ਨਾਨਕ ਦੀ ਉਮਰ 9 ਸਾਲ ਹੈ ਤੇ ਜੋ ਹਿੰਦੂ ਧਰਮ ਦੀ ਰੀਤ ਅਨੁਸਾਰ ਜਨੇਊ ਪਾਇਆ ਜਾਣਾ ਹੈ ਉਹ ਪਾਇਆ ਜਾਵੇ। ਔਰ ਜਦੋਂ ਜਨੇਊ ਦੀ ਗੱਲ ਆਉਂਦੀ ਹੈ ਤੇ ਇਹ ਵੀ ਇੱਕ ਨਹੀਂ, ਇਹ ਵੀ ਵੱਖ-ਵੱਖ ਨੇ। ਬ੍ਰਾਹਮਣ ਜਿਹੜਾ ਜਨੇਊ ਪਹਿਨਦਾ ਹੈ ਉਹ ਬਸੰਤ ਦੀ ਰੁੱਤ ਵਿੱਚ ਪਹਿਨਦਾ ਹੈ। ਖੱਤਰੀ ਜਿਹੜਾ ਜਨੇਊ ਪਹਿਨਦਾ ਹੈ ਉਹ ਗਰਮੀ ਦੀ ਰੁੱਤ ਦੇ ਵਿੱਚ ਪਹਿਨਦਾ ਹੈ। ਸ਼ੂਦਰ ਜਿਹੜਾ ਜਨੇਊ ਪਹਿਨਦਾ ਹੈ ਉਹ ਪਤਝੜ ਦੀ ਰੁੱਤ ਵਿੱਚ ਪਹਿਨਿਆ ਜਾਂਦਾ ਹੈ। ਬ੍ਰਾਹਮਣ ਦਾ ਜਨੇਊ ਦਾ ਧਾਗਾ ਜਿਹੜਾ ਹੈ ਉਹ ਰੇਸ਼ਮ ਦਾ ਹੈ। ਖੱਤਰੀ ਦੇ ਜਨੇਊ ਦਾ ਧਾਗਾ ਜਿਹੜਾ ਹੈ ਉਹ ਸੂਤ ਦਾ ਹੈ ਤੇ ਜਿਹੜਾ ਸ਼ੂਦਰ ਹੈ ਉਸ ਦੇ ਜਨੇਊ ਦਾ ਜਿਹੜਾ ਧਾਗਾ ਹੈ ਉਹ ਮੁੰਜ ਦੀ ਰੱਸੀ ਹੈ, ਜਾਂ ਇਸ ਤਰ੍ਹਾਂ ਕਹਿ ਲਓ ਕਿ ਉੱਨ ਦਾ ਬਣਿਆ ਹੋਇਆ ਹੈ। ਬ੍ਰਾਹਮਣ ਜਿਹੜਾ ਜਨੇਊ ਪਹਿਨਦਾ ਹੈ ਉਹਦੇ 3 ਧਾਗੇ ਹੁੰਦੇ ਨੇ। ਖੱਤਰੀ ਦੇ 2 ਧਾਗੇ
ਤੇ ਸ਼ੂਦਰ ਦੇ ਜਿਹੜਾ ਜਨੇਊ ਹੈ ਉਹਦਾ ਇੱਕ ਧਾਗਾ। ਹੁਣ ਉੱਥੇ ਇੱਕ ਮਾਹੌਲ ਬਣਾਇਆ ਗਿਆ, ਇੱਕ ਇਕੱਠ ਕੀਤਾ ਗਿਆ। ਬ੍ਰਾਹਮਣ ਕੇਵਲ ਆਪਣੇ ਮੂੰਹ ਦੇ ਸਵਾਦ ਦੇ ਵਾਸਤੇ, ਭਾਵੇਂ ਕੋਈ ਗਰੀਬ ਸੀ, ਉਹਦੇ ਕੋਲ ਰੋਟੀ ਖਵਾਉਣ ਜੋਗੇ ਵੀ ਪੈਸੇ ਨਾ ਹੋਣ, ਪਰ ਉਹਨਾਂ ਨੇ ਇੱਕ ਰੀਤ ਬਣਾ ਦਿੱਤੀ ਕਿ ਜਿੱਦਣ ਜਨੇਊ ਪਾਇਆ ਜਾਣਾ ਉਦਣ ਬੱਕਰਾ ਬਣਾਇਆ ਜਾਵੇ। ਆਸਾ ਕੀ ਵਾਰ ਤੁਸੀਂ ਪੜ੍ਹਦੇ ਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਸ ਵੇਲੇ ਦੇ ਹਾਲ ਨੂੰ ਉਹਦੇ ਵਿੱਚ ਅੱਜ ਜਨੇਊ ਦਾ ਜਿਹੜਾ ਸਾਖੀ ਅਸੀਂ ਪੜ੍ਹਦੇ ਹਾਂ ਜਾਂ ਜਨੇਊ ਵਾਲੀ ਰਸਮ ਦੀ ਜਦੋਂ ਗੱਲ ਚੱਲਦੀ ਹੈ, ਤੇ ਇਹ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਅੰਦਰ ਇਹ ਸਾਰਾ ਕੁਝ ਵਰਤਾਰਾ ਲਿਖ ਦਿੱਤਾ, ਬਾਣੀ ਦੇ ਵਿੱਚ ਉਚਾਰਨ ਕਰ ਦਿੱਤਾ। ਬਾਣੀ ਕਹਿੰਦੀ ਪਈ ਹੈ, ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ। ਬੱਕਰਾ ਕੋਹ ਕੇ ਮਾਰ ਦਿੱਤਾ, ਸਵਾਦ ਨਾਲ ਖਾ ਲਿਆ ਤੇ ਸਭ ਨੂੰ ਵਧਾਈਆਂ ਦੇ ਦਿੱਤੀਆਂ ਜੀ, ਜਨੇਊ ਦੀ ਰਸਮ ਹੋ ਗਈ। ਹੁਣ ਅੱਜ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦੂਸਰੀ ਵਾਰੀ ਇਹ ਪੰਡਤ ਹਰਦਿਆਲ ਦਰਸ਼ਨ ਕਰ ਰਿਹਾ ਹੈ। ਪਹਿਲੇ 9 ਦਿਨ ਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਸ ਦਿਨ ਆਇਆ ਸੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮਕਰਨ ਕਰਕੇ ਗਿਆ ਸੀ। ਅੱਜ 9 ਸਾਲਾਂ ਦੇ ਸਤਿਗੁਰੂ ਮਹਾਰਾਜ ਹੋ ਚੁੱਕੇ ਨੇ ਤੇ ਬਜ਼ੁਰਗ ਅਵਸਥਾ ਹੈ, 80-85 ਸਾਲਾਂ ਦੀ ਉਮਰ ਨੂੰ ਪਹੁੰਚ ਚੁੱਕਾ ਹੈ ਪੰਡਤ ਹਰਦਿਆਲ। ਤੇ ਜਦੋਂ ਉੱਥੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ, ਬੇਦੀ ਇਕੱਠੇ ਹੋਏ, ਹੋਰ ਜਿਹੜੇ ਸਨ ਮਹਿਤਾ ਕਾਲੂ ਜੀ ਨੂੰ ਪਹਿਚਾਣ ਵਾਲੇ ਰਿਸ਼ਤੇਦਾਰ ਸਨ, ਸਕੇ ਸੰਬੰਧੀ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਨਕਾ ਪਰਿਵਾਰ ਚਾਹਲ ਤੋਂ ਚੱਲ ਕੇ ਅੱਜ ਵੀ ਲਾਹੌਰ ਦੇ ਲਾਗੇ ਇੱਕ ਨਗਰ ਪੈਂਦਾ ਹੈ ਚਾਹਲ, ਥਾਣਾ ਪੈਂਦਾ ਹੈ ਬਰਕੀ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਨਕੇ ਨੇ, ਉਹ ਵੀ ਆਏ ਚੱਲ ਕੇ। ਇੱਕ ਚੌਂਕਾ ਪੂਰਿਆ ਗਿਆ, ਉੱਥੇ ਇੱਕ ਚੌਂਕੀ ਦੇ ਉੱਪਰ ਪੰਡਤ ਜੀ ਬੈਠੇ ਨੇ, ਇੱਕ ਥਾਲੀ ਦੇ ਵਿੱਚ ਜਨੇਊ ਰੱਖਿਆ ਗਿਆ ਹੈ ਤੇ ਇੱਕ ਚੌਂਕੀ ਹੋਰ ਪਈ ਹੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਿਠਾਇਆ ਜਾਣਾ ਹੈ। ਸਤਿਕਾਰਯੋਗ ਭੈਣ ਨਾਨਕੀ ਜੀ ਆਪਣੇ ਭਰਾ ਦੀ ਬਾਂਹ ਤੋਂ ਫੜ ਕੇ ਤੇ ਉਸ ਇਕੱਠ ਦੇ ਵਿੱਚ ਲੈ ਕੇ ਆਉਂਦੇ ਪਏ ਨੇ। ਲਿਆ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਉੱਥੇ ਬਿਠਾਇਆ ਗਿਆ, ਜਿਹੜੀ ਚੌਕੀ ਦੂਸਰੀ ਹੈ। ਇੱਕ ਤੇ ਹੁਣ ਪੰਡਤ ਹਰਦਿਆਲ ਬੈਠਾ ਹੈ, ਦੂਸਰੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਨੇ। ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਚੌਂਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਚੌਂਕੜ ਮੁੱਲ ਅਨਾਇਆ, 4 ਕੌਡੀਆਂ ਦੇ ਕੇ ਤੇ ਮੁੱਲ ਦਾ ਉਨਾ ਕੇ ਇਹ ਜਨੇਊ ਲਿਆਂਦਾ ਗਿਆ। ਚੌਂਕੜ ਮੁੱਲ ਅਨਾਇਆ, ਖਰੀਦਿਆ ਗਿਆ। ਬਹਿ ਚੌਂਕੇ ਪਾਇਆ, ਚੌਂਕੇ ਦੇ ਵਿੱਚ ਬੈਠ ਕੇ, ਉਹ ਚੌਂਕਾ ਬਣਾ ਕੇ ਉਹਦੇ ਵਿੱਚ ਬੈਠ ਕੇ ਪਾਇਆ ਜਾਣ ਲੱਗ ਪਿਆ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਪਰ ਕਹਿੰਦੇ ਜਿਸ ਦਿਨ ਜੀਵ ਮਰਦਾ ਹੈ ਉਸ ਦਿਨ ਜਨੇਊ ਨਾਲ ਸੜ ਗਿਆ, ਤੇ ਕਹਿੰਦੇ ਉਹ ਫੇਰ ਵੀ ਤੱਗਾ ਬਿਨਾਂ ਤੱਗ ਤੋਂ ਹੀ, ਬਿਨਾਂ ਜਨੇਊ ਤੋਂ ਸੰਸਾਰ ਤੇ ਚਲੇ ਜਾਂਦਾ ਹੈ। ਅੱਜ ਇੱਕ ਐਸੀ ਗੁਰੂ ਨਾਨਕ ਦੇਵ ਮਹਾਰਾਜ ਠੋਕਰ ਮਾਰਨ ਲੱਗੇ ਆ ਸਨਾਤਨ ਮੱਤ ਦੀ ਇੱਕ ਰਸਮ ਦੇ ਉੱਪਰ, ਜਿਹੜੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਤੁਰੀ ਆਉਂਦੀ ਸੀ। ਔਰ ਕਹਿਣ ਵੀ ਉਹਨੂੰ ਲੱਗੇ ਨੇ ਜਿਹੜਾ ਕਈਆਂ ਨੂੰ ਜਨੇਊ ਪਹਿਨਾ ਚੁੱਕਿਆ, ਜਿਹੜਾ ਬਜ਼ੁਰਗ ਅਵਸਥਾ ਦੇ ਵਿੱਚ ਪਹੁੰਚ ਚੁੱਕਿਆ। ਪੰਡਤ ਹਰਦਿਆਲ ਨੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਕਿਹਾ ਕਿ ਸੱਜੀ ਬਾਂਹ ਉੱਪਰ ਕਰੋ, ਤੁਹਾਡੇ ਜਨੇਊ ਪਾਉਣਾ ਹੈ। ਖੱਬੇ ਪਾਸਿਓਂ ਇੱਧਰ ਨੂੰ ਪਾਉਂਦੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਹੱਥ ਰੋਕ ਲਿਆ, ਕਹਿਣ ਲੱਗੇ ਇਹ ਪਾਉਣਾ ਕਿਉਂ ਹੈ? ਅੱਜ ਤੱਕ ਕਦੀ ਕਿਸੇ ਨੇ ਨਹੀਂ ਸੀ ਪੁੱਛਿਆ ਪੰਡਤ ਨੂੰ ਕਿ ਕਿਉਂ ਪਾਉਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਪੰਡਤ ਕਹਿੰਦਾ ਹੈ ਕਿ ਇਹਨੂੰ ਪਾਇਆ ਹਿੰਦੂ ਬਣੀਦਾ, ਇਹਨੂੰ ਪਾਇਆ ਹਿੰਦੂ ਧਰਮ ਦੇ ਰੀਤੀ ਰਿਵਾਜ ਸ਼ੁਰੂ ਹੁੰਦੇ ਨੇ, ਇਹਨੂੰ ਪਾਇਆ ਧਰਮੀ ਬਣ ਜਾਈਦਾ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਫਿਰ ਸਵਾਲ ਕਰਦੇ, ਕਹਿੰਦੇ ਜੇ ਇਹਨੂੰ ਨਾ ਪਾਈਏ ਤੇ ਫਿਰ ਕੀ ਹੁੰਦਾ ਹੈ? ਕਹਿੰਦਾ ਜੀ ਇਹਨੂੰ ਨਾ ਪਾਓਗੇ ਤੇ ਬੰਦਾ ਧਰਮੀ ਨਹੀਂ ਰਹਿ ਜਾਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜੇ ਇਹਨੂੰ ਪਾ ਲਈਏ ਤੇ ਕੀ ਵੱਧ ਜਾਂਦਾ ਹੈ, ਤੇ ਜੇ ਨਾ ਪਾਈਏ ਤੇ ਕੀ ਘਟ ਜਾਂਦਾ ਹੈ?
ਉਹ ਹੈਰਾਨ ਸੀ ਕਿ ਸਵਾਲ ਤਾਂ ਪੁੱਛੇ ਜਾ ਰਹੇ ਨੇ, ਉਹਨੇ ਵੀ ਚੁੱਕ ਕੇ ਜਨੇਊ ਜਿਹੜਾ ਸੀ ਉਹ ਥਾਲੀ ਦੇ ਵਿੱਚ ਦੁਬਾਰਾ ਰੱਖ ਦਿੱਤਾ। ਉਹ ਕਹਿਣ ਲੱਗਿਆ ਕਿ ਦੇਖ ਬੇਟਾ, ਇਹ ਸ਼ੁਰੂ ਤੋਂ ਇਹ ਰਸਮ ਚੱਲੀ ਆਉਂਦੀ ਹੈ ਕਿ ਇਹ ਜਨੇਊ ਜਿਹੜਾ ਹੈ ਇਹ ਪਾਇਆ ਜਾਂਦਾ ਹੈ ਤੇ ਲੋਕ ਧਰਮੀ ਹੋ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪੰਡਤ ਜੀ ਇੱਕ ਗੱਲ ਦੱਸੋ, ਜਿਹੜਾ ਤੁਸੀਂ ਜਨੇਊ ਪਾਇਆ ਉਹ ਹੋ ਰਿਹਾ ਤੇ ਜਿਹੜਾ ਤੁਸੀਂ ਮੈਨੂੰ ਪਾਉਣ ਲੱਗੇ ਹੋ ਇਹ ਹੋਰ ਕਿਉਂ ਹੈ, ਵੱਖ ਕਿਉਂ ਹੈ? ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ, ਬੇਟਾ ਇਹ ਵੱਖ-ਵੱਖ ਨੇ, ਖੱਤਰੀ ਦਾ ਵੱਖ ਹੈ, ਬ੍ਰਾਹਮਣ ਦਾ ਵੱਖ ਹੈ ਤੇ ਸ਼ੂਦਰ ਦਾ ਅੱਗੇ ਜਾ ਕੇ ਵੱਖ ਹੋ ਜਾਣਾ ਹੈ। ਤੇ ਵੈਸ਼ ਵਾਸਤੇ ਕਹਿੰਦੇ ਜਨੇਊ ਵੀ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਹ ਖੱਤਰੀਆਂ ਦਾ ਜਨੇਊ ਹੈ? ਕਹਿੰਦੇ ਹਾਂ, ਇਹ ਖੱਤਰੀਆਂ ਦਾ ਸੂਤ ਦਾ ਜਨੇਊ ਹੈ। ਗੁਰੂ ਨਾਨਕ ਦੇਵ ਮਹਾਰਾਜ ਆਪਣੀ ਭੈਣ ਵੱਲੇ ਵੇਖਦੇ ਆ, ਬੇਬੇ ਨਾਨਕੀ ਵੱਲੇ ਦੇਖਦੇ ਆ ਤੇ ਇਸ਼ਾਰਾ ਕਰਕੇ ਪੁੱਛਦੇ, ਕਹਿੰਦੇ ਮੇਰੀ ਭੈਣ ਨੇ ਜਨੇਊ ਨਹੀਂ ਪਾਇਆ, ਉਹਨੂੰ, ਉਹ ਤਾਂ ਖੱਤਰੀ ਹੈ ਨਾ, ਉਹਨੂੰ ਕਿਉਂ ਨਹੀਂ ਪਾਇਆ ਗਿਆ? ਕਹਿਣ ਲੱਗੇ, ਨਹੀਂ ਇਹ ਕੇਵਲ ਬੰਦਿਆਂ ਦੇ ਵਾਸਤੇ ਆ, ਔਰਤ ਨੂੰ ਨਹੀਂ ਪਾਇਆ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਫਿਰ ਸਵਾਲ ਕਰਦੇ ਆ, ਕਹਿੰਦੇ ਦੱਸੋ, ਜੇ ਬੰਦਾ ਧਰਮੀ ਹੋਏਗਾ ਉਹ ਮੁਕਤ ਹੋ ਸਕਦਾ ਹੈ ਤੇ ਜੇ ਔਰਤ ਨੂੰ ਜਨੇਊ ਨਹੀਂ ਪਾਇਆ ਜਾਏਗਾ ਉਹ ਤਾਂ ਅਧਰਮੀ ਰਹੇਗੀ, ਤੇ ਇਹਦਾ ਮਤਲਬ ਉਹ ਮੁਕਤ ਨਹੀਂ ਹੋ ਸਕਦੀ? ਕਹਿਣ ਲੱਗੇ, ਨਹੀਂ ਬਿਲਕੁਲ ਨਹੀਂ ਹੋ ਸਕਦੀ, ਉਹਨੂੰ ਪਹਿਲੋਂ ਬੰਦੇ ਦੀ ਜੂਨ ਦੇ ਵਿੱਚ ਆਉਣਾ ਪਏਗਾ, ਫਿਰ ਉਹ ਜਨੇਊ ਪਾ ਸਕਦੇ। ਉੱਥੇ ਘਰ ਦੇ ਵਿੱਚ ਇੱਕ ਨੌਕਰ ਖਲੋਤਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਉਹ ਸਾਡੇ ਨੌਕਰ ਦਾ ਜਨੇਊ ਤੇ ਵੱਖਰਾ ਹੈ ਨਾ, ਉਹ ਕਿਉਂ ਵੱਖਰਾ ਹੈ? ਕਹਿੰਦੇ ਨਹੀਂ, ਉਹਦਾ ਵੀ ਵੱਖਰਾ ਹੀ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜੇ ਮੇਰਾ ਜੀ ਕਰੇ ਮੈਂ ਕੱਲ੍ਹ ਨੂੰ ਵਟਾ ਕੇ ਪਾ ਸਕਦਾ ਕਿ ਉਹਦੇ ਨਾਲ ਮੇਰਾ ਪਿਆਰ ਬੜਾ ਹੈ, ਅਸੀਂ ਇਕੱਠੇ ਖੇਡਦੇ ਵੀ ਹਾਂ, ਮੈਨੂੰ ਖਿਡਾਉਂਦਾ ਵੀ, ਮੈਨੂੰ ਬਾਹਰ ਵੀ ਲੈ ਕੇ ਜਾਂਦਾ ਹੈ। ਜੇ ਮੇਰਾ ਜੀ ਕਰੇ ਮੈਂ ਵਟਾ ਸਕਦਾ ਹੈ ਕਿ ਉਹਦੇ ਵਾਲਾ ਮੈਂ ਪਾ ਲਵਾਂ ਤੇ ਮੇਰੇ ਵਾਲਾ ਉਹ ਪਾ ਲੇ? ਕਹਿੰਦੇ ਨਹੀਂ, ਬਿਲਕੁਲ ਨਹੀਂ ਹੋ ਸਕਦਾ, ਹਰੇਕ ਦਾ ਵੱਖਰਾ ਇੱਥੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਕਿ ਜਿਹੜਾ ਇਸ ਤਰ੍ਹਾਂ ਦਾ ਜਨੇਊ ਹੋਵੇ ਜਿਹੜਾ ਮਨੁੱਖਤਾ ਨੂੰ ਵੰਡ ਦਿੰਦਾ ਹੈ, ਜਿਹੜਾ ਜਨੇਊ ਮੇਰੀ ਭੈਣ ਨਹੀਂ ਪਾ ਸਕਦੀ, ਜਿਹੜਾ ਜਨੇਊ ਮੇਰੀ ਮਾਤਾ ਨਹੀਂ ਪਾ ਸਕਦੀ, ਕਹਿੰਦੇ ਮੈਂ ਉਹ ਜਨੇਊ ਵੀ ਨਹੀਂ ਪਾਉਣਾ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਇੱਕ ਸਵਾਲ ਹੋਰ ਜੇ ਤੁਸੀਂ ਕਹਿ ਦੇਵੋ, ਦੱਸ ਦੇਵੋ ਤੇ ਫਿਰ ਮੈਂ ਸ਼ਾਇਦ ਪਾ ਲਵਾਂ। ਕਹਿੰਦੇ ਦੱਸੋ? ਕਹਿੰਦੇ ਜਿਹੜਾ ਜਨੇਊ ਪਾਉਨੇ ਆ ਜਦੋਂ ਇਹ ਟੁੱਟ ਜਾਂਦਾ ਹੈ ਜਾਂ ਮੈਲਾ ਹੋ ਜਾਂਦਾ ਫਿਰ ਕੀ ਕਰਨਾ ਪੈਂਦਾ ਹੈ? ਕਹਿੰਦਾ ਜੀ ਫਿਰ ਨਵਾਂ ਪਾ ਲਓ, ਇਹਦੇ ਵਿੱਚ ਕਿਹੜੀ ਗੱਲ ਹੈ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ, ਮੈਂ ਉਹ ਜਨੇਊ ਪਾ ਸਕਦਾ ਹੈ ਜਿਹੜਾ ਕਦੀ ਟੁੱਟਦਾ ਨਹੀਂ। ਇਨਕਾਰ ਨਹੀਂ ਮੈਨੂੰ ਪਾਉਣ ਤੋਂ, ਪਰ ਉਹ ਟੁੱਟੇ ਨਾ, ਉਹ ਮੈਲਾ ਵੀ ਕਦੀ ਨਾ ਹੋਵੇ, ਮੈਨੂੰ ਉਹ ਜਨੇਊ ਪਾ ਦੇ। ਕਹਿੰਦੇ ਉਹ ਤਾਂ ਹੈ ਨਹੀਂ, ਇਸ ਤਰ੍ਹਾਂ ਦਾ ਜਨੇਊ ਕਿਵੇਂ ਹੋ ਸਕਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਹੋ ਸਕਦਾ ਹੈ, ਆਓ ਤੁਹਾਨੂੰ ਮੈਂ ਦੱਸਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਸ ਸ਼ਲੋਕ ਆਸਾ ਕੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕਪਾਹ ਕਿਹੜੀ ਲੈ ਕੇ ਆਉਣੀ। ਹੁਣ ਇੱਥੇ ਸੂਤ ਦੀ ਗੱਲ ਕੀਤੀ ਗਈ ਕਿਉਂਕਿ ਉਹ ਖੱਤਰੀਆਂ ਨੂੰ ਜਨੇਊ ਪਾਇਆ ਜਾ ਰਿਹਾ, ਜਿਹੜਾ ਬ੍ਰਾਹਮਣ ਦਾ ਜਨੇਊ ਹੈ ਉਹ ਰੇਸ਼ਮ ਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਕਿਹਾ, ਦਇਆ ਕਪਾਹ, ਕਪਾਹ ਕਿਹੜੀ ਲੈ ਕੇ ਆਉਣੀ ਆ? ਕਹਿੰਦੇ ਦਇਆ ਦੀ ਕਪਾਹ ਹੋਵੇ। ਸੰਤੋਖ ਸੂਤ, ਸੂਤ ਬਣਾਉਣਾ ਨਾ, ਕਪਾਹ ਦਾ ਸੂਤ ਬਣੇਗਾ। ਕਹਿੰਦੇ ਸੰਤੋਖ ਦਾ ਇਹ ਸੂਤ ਬਣਾਇਆ ਜਾਵੇ, ਕਪਾਹ ਤੋਂ, ਦਇਆ ਦੀ ਕਪਾਹ ਤੋਂ ਸੰਤੋਖ ਦਾ ਸੂਤ ਪੈਦਾ ਕੀਤਾ ਜਾਵੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਜਿਹੜੀਆਂ ਇਹਨੂੰ ਗੰਢਾਂ ਦੇਣੀਆਂ ਉਹ ਚੰਗੇ ਆਚਰਣ ਦੀਆਂ ਹੋਣ, ਚੰਗਾ ਕਰੈਕਟਰ ਹੋਵੇ ਬੰਦੇ ਦਾ, ਉਹ ਇਹਦੀਆਂ ਗੰਢਾਂ ਹੋ ਜਾਣ। ਜਤ ਗੰਢੀ ਸਤ ਵਟ, ਤੇ ਅੰਦਰ ਸੁਚੱਜਾ ਜੀਵਨ ਜਿਹੜਾ ਹੈ ਉਹਦੇ ਨੂੰ ਵੱਟ ਚਾੜੇ ਜਾਣ ਧਾਗੇ ਨੂੰ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ, ਸਰੀਰ ਦਾ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਸਰੀਰ ਦਾ ਜਨੇਊ ਨਹੀਂ ਚਾਹੀਦਾ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਜੇ ਇਸ ਤਰ੍ਹਾਂ ਦਾ ਜਨੇਊ ਮਿਲ ਜਾਵੇ, ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ, ਨਾ ਜਾਏ ਧਨ ਸਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ, ਅਸਲ ਦੇ ਵਿੱਚ ਜਨੇਊ ਦਾ ਕੰਮ ਕੀ ਸੀ? ਧਰਮੀ ਜਨੇਊ ਕਿਵੇਂ ਬਣਾ ਸਕਦਾ ਸੀ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਨੇਊ ਅੱਖਾਂ ਦੇ ਉੱਤੇ ਪਾਉਣਾ ਚਾਹੀਦਾ ਸੀ।
ਪਰ ਜਨੇਊ ਪਾ ਕੇ ਵੀ ਅੱਖਾਂ ਪਰਾਇਆ ਰੂਪ ਤੱਕਦੀਆਂ ਨੇ, ਪਰਾਇਆ ਰੰਗ ਤੱਕਦੀਆਂ ਨੇ, ਮਨ ਦੇ ਵਿੱਚ ਮੈਲ ਪੈਦਾ ਹੋ ਜਾਂਦੀ ਹੈ। ਜਨੇਊ ਜੇਕਰ ਪਾਉਣਾ ਸੀ ਤੇ ਜੀਭ ਦੇ ਉੱਤੇ ਪਾਇਆ ਜਾਂਦਾ। ਜੀਭ ਝੂਠ ਨਾ ਬੋਲ ਸਕਦੀ, ਜੀਭ ਚੁਗਲੀ ਨਾ ਕਰ ਸਕਦੀ, ਜੀਭ ਕਿਸੇ ਦੀ ਨਿੰਦਿਆ ਨਾ ਕਰ ਸਕਦੀ। ਜੇ ਜਨੇਊ ਹੀ ਪਾਉਣਾ ਸੀ ਤਾਂ ਜਨੇਊ ਕੰਨਾਂ ਦੇ ਨਾਲ ਪਾਇਆ ਜਾਂਦਾ ਕਿ ਕੰਨ ਕਿਸੇ ਦੀ ਨਿੰਦਿਆ, ਚੁਗਲੀ, ਝੂਠ ਨਾ ਸੁਣ ਸਕਣ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੀ ਥੁੱਕ ਪਵੇ ਨਿਤ ਦਾੜੀ, ਤੱਗ ਨਾ ਜਿਹਵਾ ਤੱਗ ਨਾ ਅੱਖੀਂ। ਸਤਿਗੁਰੂ ਮਹਾਰਾਜ ਕਹਿੰਦੇ ਤੱਗ ਤਾਂ ਪਾਇਆ ਹੀ ਨਹੀਂ ਗਿਆ ਉੱਥੇ, ਕੇਵਲ ਸਰੀਰ ਨੂੰ ਪਾ ਦਿੱਤਾ ਗਿਆ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਐਸਾ ਜਨੇਊ ਮੈਨੂੰ ਪਾਉਣ ਦੀ ਜ਼ਰੂਰਤ ਨਹੀਂ ਜਿਹੜਾ ਕੇਵਲ ਬਾਹਰੀ ਰਸਮ ਹੋਵੇ। ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੀ ਪਾਏ। ਸਤਿਗੁਰੂ ਮਹਾਰਾਜ ਕਹਿੰਦੇ ਇਹ ਨਹੀਂ ਕਿ ਉਹ ਮੂਆ ਉਹ ਝੜ ਪਿਆ ਵੀ ਤੱਗਾ ਗਿਆ ਫਿਰ ਉਸੇ ਤਰ੍ਹਾਂ ਦਾ ਰਹਿ ਜਾਈਏ। ਧਰਮ ਕਿਤੇ ਵੀ ਪੈਦਾ ਨਹੀਂ ਕੀਤਾ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਜਨੇਊ ਪਾਉਣ ਵਾਲਾ ਚੁਗਲੀ ਕਰਦਾ ਪਿਆ ਹੈ, ਜਨੇਊ ਪਾਉਣ ਵਾਲਾ ਝੂਠ ਬੋਲਦਾ ਪਿਆ ਹੈ, ਜਨੇਊ ਪਾਉਣ ਵਾਲਾ ਜਿਹੜਾ ਹੈ ਉਹ ਝੂਠੀਆਂ ਗਵਾਹੀਆਂ ਦੇ ਕੇ ਤੇ ਪੈਸੇ ਹਰਾਮ ਦੇ ਖਾਂਦਾ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜਨੇਊ ਨਾਲ ਕਿਵੇਂ ਕੋਈ ਧਰਮੀ ਹੋ ਸਕਦਾ ਹੈ। ਔਰ ਮਤ ਸੋਚਿਓ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਸਰੇ ਤੇ ਉਂਗਲ ਕੀਤੀ ਹੈ, ਸਤਿਗੁਰੂ ਮਹਾਰਾਜ ਇਹ ਸਿੱਖੀ ਤੇ ਵੀ ਉਂਗਲ ਕਰਦੇ ਆ। ਜੇ ਅੱਜ ਹੱਥ ਦੇ ਵਿੱਚ ਕੜਾ ਪਾ ਕੇ ਤੇ ਬੁਰਿਆਈ ਉਹਨਾਂ ਹੱਥਾਂ ਨਾਲ ਕੀਤੀ ਜਾ ਰਹੀ ਹੈ ਤੇ ਇਹਦਾ ਮਤਲਬ ਕਿ ਕੜਾ ਪਾਉਣ ਦਾ ਲਾਭ ਕੋਈ ਨਹੀਂ, ਕੇਵਲ ਲੋਹਾ ਹੀ ਪਾ ਕੇ ਰੱਖਿਆ, ਉਹ ਕੜਾ ਕਕਾਰ ਨਹੀਂ ਹੋ ਸਕਦਾ। ਜਿਸ ਸਿਰ ਦੇ ਵਿੱਚ ਅਜੇ ਵੀ ਵਿਕਾਰ ਜਿਉਂਦੇ ਪਏ ਨੇ, ਅਜੇ ਵੀ ਵਾਸਨਾ ਜਿਉਂਦੀ ਪਈ ਆ, ਅਜੇ ਵੀ ਕਾਮ ਜਿਉਂਦਾ ਪਿਆ ਹੈ, ਸਤਿਗੁਰੂ ਮਹਾਰਾਜ ਨੇ ਕੰਘਾ ਇਸ ਕਰਕੇ ਦਿੱਤਾ ਸੀ, ਇਕੱਲੇ ਕੇਸ ਵਾਹੁਣ ਵਾਸਤੇ ਨਹੀਂ ਸੀ, ਇਹਦੇ ਨਾਲ ਅੰਦਰੋਂ ਵਿਕਾਰ ਵੀ ਬਾਹਰ ਕੱਢ ਸੁੱਟ। ਸਤਿਗੁਰੂ ਮਹਾਰਾਜ ਨੇ ਇਸ ਕਰਕੇ ਦਿੱਤਾ ਸੀ। ਕਿਰਪਾਨ ਇਸ ਕਰਕੇ ਦਿੱਤੀ ਸੀ ਕਿਸੇ ਦਾ ਵੀ ਬੁਰਾ ਹੋਏ ਉਹਨੂੰ ਤੂੰ ਰੋਕ ਸਕੇ। ਕਿਰਪਾਨ ਦਿੱਤੀ, ਤਲਵਾਰ ਨਹੀਂ ਦਿੱਤੀ। ਤਲਵਾਰ ਜ਼ਾਲਮ ਦੇ ਹੱਥ ਵਿੱਚ ਹੁੰਦੀ ਹੈ ਤੇ ਕਿਰਪਾਨ ਜਿਹੜੀ ਉਹ ਸੰਤ ਦੇ ਹੱਥ ਵਿੱਚ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਕਛਹਿਰਾ ਦਿੱਤਾ ਸੀ, ਜੱਤ ਸੱਤ ਦੀ ਨਿਸ਼ਾਨੀ ਦਿੱਤੀ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜੇਕਰ ਕਕਾਰ ਪਾ ਕੇ ਵੀ ਉਹੀ ਹਿੰਦੂ ਬ੍ਰਾਹਮਣ ਵਾਲੇ ਕਰਮ ਕੋਈ ਕਰਦਾ ਪਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜਿਹੜਾ ਤੇ ਰਹਿਤ ਦੇ ਵਿੱਚ ਰਹੇਗਾ, ਮਰਿਆਦਾ ਦੇ ਵਿੱਚ ਰਹੇਗਾ, ਉਹ ਮੇਰਾ ਸਿੱਖ ਹੈ। ਜਿਹੜਾ ਨਹੀਂ ਰਹੇਗਾ, ਸਤਿਗੁਰੂ ਮਹਾਰਾਜ ਨੂੰ ਸਿੱਖ ਹੀ ਨਹੀਂ ਮੰਨਦੇ, ਭਾਵੇਂ ਉਹਨੇ ਕਿਰਪਾਨ ਇੱਕ ਦੀਆਂ ਵੀ ਦੋ ਕਿਉਂ ਨਾ ਪਾਈਆਂ ਹੋਣ। ਸਤਿਗੁਰੂ ਮਹਾਰਾਜ ਬਾਹਰੀ ਭੇਖ ਨੂੰ ਸਤਿਗੁਰੂ ਮਹਾਰਾਜ ਇਕੱਲਾ ਨਹੀਂ ਮੰਨਦੇ। ਸਤਿਗੁਰੂ ਨੇ ਕਿਹਾ ਕਿ ਕਕਾਰ ਪਾਉਣੇ ਜ਼ਰੂਰੀ ਨੇ ਪਰ ਅੰਦਰ ਵੀ ਧਰਮ ਪੈਦਾ ਹੋਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਦੀ ਰਸਮ ਦਾ ਖੰਡਨ ਕਰ ਦਿੱਤਾ, ਜਿਹੜੀ ਹਜ਼ਾਰਾਂ ਸਾਲਾਂ ਤੋਂ ਤੁਰੀ ਆਉਂਦੀ ਸੀ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ 10 ਸਾਲ ਦੇ ਹੋਏ, ਪਿਤਾ ਮਹਿਤਾ ਕਾਲੂ ਜੀ ਨੇ ਛੇੜੀ ਬਣਾ ਦਿੱਤਾ। ਛੇੜੀ ਮੱਝਾਂ ਚਾਰਨ ਵਾਸਤੇ ਤੋਰ ਦਿੱਤਾ। ਅਕਸਰ ਬੱਚਿਆਂ ਨੂੰ ਤੋਰਿਆ ਜਾਂਦਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮੱਝਾਂ ਚਾਰਨ ਜਾਂਦੇ ਨੇ। ਇੱਕ ਦਿਨ ਮੱਝਾਂ ਚਾਰਦਿਆਂ ਸਤਿਗੁਰੂ ਮਹਾਰਾਜ ਕਿਤੇ ਲਿਵ ਜੁੜ ਗਈ, ਬੈਠੇ ਸੀ ਧਿਆਨ ਦੇ ਵਿੱਚ ਤੇ ਕਹਿੰਦੇ ਮੱਝਾਂ ਨਾਲ ਦਾ ਜਿਹੜਾ ਜ਼ਿਮੀਂਦਾਰ ਸੀ ਉਹਦੀ ਕਣਕ ਨੂੰ ਖਾ ਗਈਆਂ। ਕਣਕ ਦੇ ਦਿਨ ਸੀ, ਕਣਕ ਹਰੀ ਸੀ, ਉਹਦੀ ਕਣਕ ਖਾ ਗਈਆਂ। ਇੰਨੇ ਦਿਨ ਨੂੰ ਉਹ ਵੀ ਆ ਕੇ ਉਹਨੇ ਦੇਖਿਆ ਮੇਰੀਆਂ ਨਾਨਕ ਦੀਆਂ ਕਾਲੂ ਦੀਆਂ ਮੱਝਾਂ ਮੇਰੀਆਂ ਖੇਤ ਖਾ ਗਈਆਂ। ਉਹਨੇ ਆ ਕੇ ਮੱਝਾਂ ਤੇ ਬਾਹਰ ਕੱਢੀਆਂ। ਉਹ ਸਿੱਧਾ ਹੀ ਰਾਏ ਬੁਲਾਰ ਦੇ ਕੋਲ ਚਲੇ ਗਿਆ। ਰਾਏ ਦੇ ਬੁਲਾਰ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਪਤਾ ਹੈ ਕਿ ਮਹਿਤਾ ਕਾਲੂ ਤੁਹਾਡਾ ਮਿੱਤਰ ਬਹੁਤ ਤਕੜਾ ਹੈ, ਤੁਸੀਂ ਬਹੁਤ ਪਿਆਰ ਹੈ ਤੁਹਾਡਾ ਆਪਸ ਦੇ ਵਿੱਚ, ਪਰ ਕਹਿੰਦੇ ਜੇਕਰ ਤੁਸੀਂ ਮੇਰਾ ਮਸਲਾ ਹੱਲ ਨਾ ਕੀਤਾ ਤਾਂ ਮੈਂ ਉੱਤੇ ਵੀ ਪਹੁੰਚ ਕਰ ਸਕਦਾ ਹੈ। ਤੁਹਾਡੇ ਤੋਂ ਉੱਪਰ ਜਿਹੜੇ ਬੈਠੇ ਨੇ ਉੱਥੋਂ ਤੱਕ ਵੀ ਮੈਂ ਜਾ ਸਕਦਾ ਹੈ। ਉਹਨੇ ਕਿਹਾ ਹੋਇਆ ਕੀ? ਕਹਿੰਦੇ ਆ ਨਾਲ ਚੱਲ ਕੇ ਵੇਖ ਕੇ ਆਓ, ਮੌਕਾ ਦੇਖੋ ਤੁਸੀਂ। ਮੇਰੇ ਨਾਨਕ ਦੀਆਂ ਮੱਝਾਂ ਮੇਰਾ ਖੇਤ ਖਾ ਗਈਆਂ ਨੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਵੀ ਉਹਨੇ ਪਹਿਲੋਂ ਕਿਹਾ ਸੀ, ਕਹਿੰਦਾ ਆ ਕੀ ਨਾਨਕ ਤੂੰ ਕੀਤਾ, ਤੂੰ ਧਿਆਨ ਨਹੀਂ ਰੱਖਿਆ ਮੱਝਾਂ ਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਜਨਮ ਸਾਖੀ ਵਿੱਚ ਲਿਖਿਆ, ਕਹਿੰਦੇ ਭਾਈ ਵੇ ਤੇਰਾ ਕੁਛ ਨਹੀਂ ਉਜੜਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਜੋ ਬਚਨ ਕਹੇ ਉਹ ਸ਼ਬਦਾਵਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ ਦੀ ਕਹਿਣ ਲੱਗੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਾਈ ਵੇ ਤੇਰਾ ਕੁਛ ਨਹੀਂ ਉਜੜਿਆ। ਕੀ ਹੋਇਆ? ਮਈਆਂ ਨੇ ਮੂੰਹ ਮਾਰਿਆ, ਖੁਦਾਏ ਇਸੇ ਵਿੱਚ ਬਰਕਤ ਕਰੇਗਾ। ਕੀ ਹੋਇਆ? ਜੇ ਮਈਆਂ ਨੇ ਮੂੰਹ ਮਾਰਿਆ, ਖੁਦਾਏ ਇਸੇ ਵਿੱਚ ਹੀ ਬਰਕਤ ਕਰੇਗਾ। ਉਹ ਕਹਿੰਦਾ ਨਹੀਂ, ਮੇਰਾ ਤੇ ਤੂੰ ਖੇਤ ਉਜਾੜ ਦਿੱਤਾ ਹੈ।
ਤੇ ਜਦੋਂ ਰਾਏ ਬੁਲਾਰ ਨੂੰ ਲੈ ਕੇ ਵਾਪਸ ਆਇਆ, ਰਾਏ ਬੁਲਾਰ ਨੇ ਆ ਕੇ ਦੇਖਿਆ ਖੇਤ ਸਾਰਾ ਉਸੇ ਤਰ੍ਹਾਂ ਦਾ ਹਰਿਆ ਭਰਿਆ ਸੀ। ਹੁਣ ਰਾਏ ਬੁਲਾਰ ਉਹਨੂੰ ਪੁੱਛਦਾ, ਕਹਿੰਦਾ ਤੂੰ ਝੂਠੀ ਸ਼ਿਕਾਇਤ ਕੀਤੀ ਏ? ਤੇ ਕਹਿੰਦਾ ਨਹੀਂ, ਮੈਂ ਸੱਚ ਸੀ, ਇਹ ਖੇਤ ਉਜੜਿਆ ਪਿਆ ਸੀ, ਇਹ ਨਾਨਕ ਜ਼ਰੂਰ ਖੁਦਾਏ ਦਾ ਬੰਦਾ ਹੈ। ਹੁਣ ਉਹ ਜਿੰਦਾ ਖੇਤ ਉਜੜਿਆ ਉਹ ਵੀ ਹੁਣ ਇਸ ਗੱਲ ਨੂੰ ਮੰਨਦਾ ਹੈ ਕਿ ਜਦੋਂ ਮੈਂ ਗਿਆ ਸਾਂ ਉਦੋਂ ਉਜੜਿਆ ਹੋਇਆ ਸੀ, ਤੇ ਜਦੋਂ ਮੈਂ ਆ ਕੇ ਦੇਖਦਾ ਉਦੋਂ ਫਿਰ ਹਰਿਆ ਭਰਿਆ ਹੈ। ਅੱਜ ਉੱਥੇ ਗੁਰਦੁਆਰਾ ਸਾਹਿਬ ਹੈ ਜੀ, ਗੁਰਦੁਆਰਾ ਕਿਆਰਾ ਸਾਹਿਬ ਪਾਕਿਸਤਾਨ ਦੇ ਵਿੱਚ, ਜਿੱਥੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਮੱਝਾਂ ਚਾਰੀਆਂ ਨੇ। ਰਾਏ ਬੁਲਾਰ ਉਸ ਦਿਨ ਰਾਏ ਬੁਲਾਰ ਦੇ ਮਨ ਦੇ ਵਿੱਚ ਸ਼ੰਕਾ ਵੀ ਤੇ ਸ਼ਰਧਾ ਵੀ ਦੋਨੋਂ ਚੀਜ਼ਾਂ ਪੈਦਾ ਹੋਏ ਕਿ ਜਾਂ ਤਾਂ ਇਹ ਝੂਠ ਬੋਲਦਾ ਹੈ, ਤੇ ਜੇ ਇਹ ਸੱਚ ਬੋਲਦਾ ਤੇ ਗੁਰੂ ਨਾਨਕ ਜ਼ਰੂਰ ਅਜ਼ਮਤ ਵਾਲਾ ਹੈ। ਰਾਏ ਬੁਲਾਰ ਨੇ ਇੱਕ ਦਿਨ ਦੇਖਿਆ ਗੁਰੂ ਨਾਨਕ ਦੇਵ ਮਹਾਰਾਜ, ਉਦੋਂ 11 ਸਾਲ ਦੀ ਸਤਿਗੁਰ ਮਹਾਰਾਜ ਜੀ ਦੀ ਉਮਰ ਹੈ। ਗੁਰੂ ਨਾਨਕ ਦੇਵ ਮਹਾਰਾਜ ਗਰਮੀ ਦੇ ਦਿਨ ਨੇ ਤੇ ਸੁੱਤੇ ਹੋਏ ਨੇ, ਆਰਾਮ ਕਰਦੇ ਪਏ ਨੇ, ਤੇ ਦਰਖਤ ਦੀ ਛਾਂ ਇੱਕ ਥਾਂ ਤੇ ਟਿਕੀ ਆ। ਬਾਕੀ ਦਰਖਤਾਂ ਦੀ ਛਾਂ ਜਿਹੜੀ ਹੈ ਜਿਉਂ-ਜਿਉਂ ਸੂਰਜ ਆਸੇ-ਪਾਸੇ ਹੁੰਦਾ ਹੈ ਤਿਉਂ-ਤਿਉਂ ਆਸੇ-ਪਾਸੇ ਹੁੰਦੀ ਜਾ ਰਹੀ, ਪਰ ਉਸ ਦਰਖਤ ਦੀ ਛਾਂ ਇੱਕ ਜਗ੍ਹਾ ਤੇ ਟਿਕੀ ਹੈ। ਰਾਏ ਬੁਲਾਰ ਨੇ ਦਰਸ਼ਨ ਕੀਤੇ। ਅਗਲੇ ਦਿਨ ਰਾਏ ਬੁਲਾਰ ਫਿਰ ਆਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੀਸ ਦੇ ਉੱਤੇ ਫਨੀਅਰ ਸੱਪ ਛਾਂ ਕਰਕੇ ਖਲੋਤਾ ਆਇਆ। ਉਹਨੇ ਉਸੇ ਵੇਲੇ ਗਿਆ, ਮਹਿਤਾ ਕਾਲੂ ਦੇ ਕੋਲ ਜਾ ਕੇ ਕਿਹਾ, ਮਹਿਤਾ ਕਾਲੂ, ਮਤ ਜਾਣੀ ਨਾਨਕ ਤੇਰਾ ਪੁੱਤੀ। ਉੱਥੇ ਹਈ ਸ਼ਬਦ ਵਰਤਿਆ, ਮਤ ਜਾਣੀ ਨਾਨਕ ਤੇਰਾ ਪੁੱਤ ਹਈ। ਕਹਿਣ ਲੱਗਾ ਇਹ ਤਾਂ ਖੁਦਾ ਦਾ ਬੰਦਾ ਹਈ, ਕਹਿੰਦੇ ਇਹ ਤਾਂ ਖੁਦਾ ਦਾ ਵਲੀ ਹੋਈ, ਮਤ ਇਹਨੂੰ ਫਿੱਟੇ ਮੂੰਹ ਕਿਤੇ ਕਹੀ, ਕਹਿੰਦੇ ਮੂੰਹ ਨਾ ਇਹਦਾ ਫਟਕਾਰੀ। ਉੱਥੇ ਫਿਰ ਰਾਏ ਬੁਲਾਰ ਨੇ ਹੋਰ ਬਚਨ ਵੀ ਕਹੇ, ਕਹਿਣ ਲੱਗੇ, ਦੇਖ ਮਹਿਤਾ, ਦੇਖ ਕਾਲੂ, ਮੇਰੀ ਤਲਵੰਡੀ ਨਾਨਕ ਦੇ ਕਰਕੇ ਵਸਦੀ ਪਈ ਏ, ਮੇਰਾ ਸ਼ਹਿਰ ਵਸਦਾ ਈ ਗੁਰੂ ਨਾਨਕ ਦੇ ਕਰਕੇ। ਤੇ ਕਹਿਣ ਲੱਗੇ ਮੇਰਾ ਸ਼ਹਿਰ ਹੀ ਇਕੱਲਾ ਨਹੀਂ, ਮੈਨੂੰ ਤੇ ਇਵੇਂ ਲੱਗਦਾ ਏ ਕਿ ਇਹ ਸੰਸਾਰ ਜੇਕਰ ਵਸਦਾ ਈ ਤੇ ਇਹ ਗੁਰੂ ਨਾਨਕ ਦੇ ਕਰਕੇ ਵਸਦਾ ਏ। ਮਤ ਇਹਨੂੰ ਤੂੰ ਝਿੜਕੇ। ਸਤਿਗੁਰੂ ਮਹਾਰਾਜ ਵਾਸਤੇ, ਉਹਦੇ ਵਾਸਤੇ ਅਥਾਹ ਸ਼ਰਧਾ ਪੈਦਾ ਹੋ ਗਈ ਤੇ ਇੰਨਾ ਕੁ ਰਾਏ ਬੁਲਾਰ ਨੇ ਪਿਆਰ ਕੀਤਾ, ਇਸ ਕਰਕੇ ਕਹਿੰਦੇ ਸੀ ਰਾਏ ਬੁਲਾਰ ਨਾਨਕ ਦੇ ਪਿਆਰੇ ਦਾ ਪਿਆਰਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਅੱਗੇ ਕੌਤਕ ਜਿਹੜੇ ਕੀਤੇ ਉਹ ਸਤਿਗੁਰੂ ਮਹਾਰਾਜ ਜੀ ਦੇ ਅਗਲੇ ਦੀਵਾਨ ਦੇ ਵਿੱਚ ਆਪਾਂ ਵਿਚਾਰਾਂਗੇ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੁਕਮਨਾਮਾ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ, ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ। ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ। ਸ਼ਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਨੀ ਜਿਨ ਵਿਨ ਦੰਤਾਂ ਜਗ ਖਾਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਇਆ ਇੰਨੀ ਕੁ ਸ਼ਕਤੀਸ਼ਾਲੀ ਆ ਨਾ ਕਿ ਉਹਨੂੰ ਬੰਦਿਆਂ ਨੂੰ ਜੇਕਰ ਖਾਣਾ ਹੋਵੇ, ਜੇ ਮਨੁੱਖਤਾ ਨੂੰ ਖਾਣਾ ਹੋਵੇ ਤੇ ਉਹਨੂੰ ਦੰਦਾਂ ਦੀ ਲੋੜ ਵੀ ਨਹੀਂ ਪੈਂਦੀ, ਬਿਨਾਂ ਦੰਦਾਂ ਤੋਂ ਹੀ ਖਾਂਦੀ ਪਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬਚ ਵੀ ਕਈ ਜਾਂਦੇ ਨੇ ਤੇ ਖਾਦੇ ਕਿਹੜੇ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨਮੁਖ ਖਾਦੇ, ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਜਿਹੜੇ ਤਾਂ ਮਨ ਦੇ ਪਿੱਛੇ ਲੱਗ ਕੇ ਤੁਰੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਉਹਨਾਂ ਨੂੰ ਖਾ ਗਈ, ਤੇ ਜਿਹੜੇ ਗੁਰੂ ਦੇ ਪਿੱਛੇ ਲੱਗ ਕੇ ਤੁਰੇ, ਗੁਰੂ ਦੇ ਹੁਕਮ 'ਚ ਰਹੇ, ਗੁਰੂ ਦੀ ਕਹਿਣੀ 'ਚ ਰਹੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਬਚ ਗਏ, ਉਹਨਾਂ ਨੂੰ ਮਾਇਆ ਨੇ ਨਹੀਂ ਖਾਧਾ। ਕਿਉਂ ਨਹੀਂ ਖਾਧਾ? ਕਿਉਂਕਿ ਸੱਚ ਨਾਮ ਚਿੱਤ ਲਾਇਆ। ਉਹਨਾਂ ਦਾ ਮਨ ਜਿਹੜਾ ਸੀ ਉਹ ਵਾਹਿਗੁਰੂ ਪਰਮਾਤਮਾ ਦੇ, ਗੁਰੂ ਦੇ ਦੱਸੇ ਹੋਏ ਨਾਮ ਦੇ ਨਾਲ, ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ। ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਬਿਨ ਨਾਵੇਂ ਜਗ ਕਮਲਾ ਫਿਰੈ। ਨਾਮ ਤੋਂ ਬਗੈਰ ਸਤਿਗੁਰੂ ਮਹਾਰਾਜ ਕਹਿੰਦੇ ਜਗ ਕਮਲਾ ਹੋਇਆ ਫਿਰਦਾ ਹੈ। ਗੁਰਮੁਖ ਨਦਰੀ ਆਇਆ, ਗੁਰੂ ਦੇ ਰਾਹੀਂ ਇਹ ਗੱਲ ਸਮਝ 'ਚ ਆਈ ਕਿ ਆ ਵੇਖੋ ਜਿਹੜੇ ਨਾਮ ਨਹੀਂ ਜਪਦੇ ਤਾਂ ਕਮਲੇ ਹੋਏ ਫਿਰਦੇ ਨੇ, ਇਕੱਲੇ ਮਾਇਆ ਨੂੰ ਹੀ ਘਰ ਬਣਾ ਕੇ ਬੈਠ ਗਏ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਜ਼ਿੰਦਗੀ ਦਾ ਧੰਦਾ ਕਰਦਿਆਂ ਨਿਹਫਲ ਜੀਵਨ ਗਵਾ ਦਿੱਤਾ, ਸਵਾਸ ਨਿਸਫਲ ਚਲੇ ਗਏ, ਅਜ਼ਾਈ ਹੀ ਤੁਰੇ ਜਾ ਰਹੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਸੁਖ ਦਾਤਾ, ਸੁੱਖਾਂ ਦਾ ਦਾਤਾ, ਸੁਖ ਦੇਣ ਵਾਲਾ ਪਰਮਾਤਮਾ ਮਨ ਨਾ ਵਸਾਇਆ, ਉਹਨੂੰ ਹਿਰਦੇ ਵਿੱਚ ਨਹੀਂ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਕਹਿੰਦੇ ਇਹ ਨਾਮ ਇੱਕ ਦਾਤ ਹੈ ਤੇ ਮਿਲਦੀ ਉਹਨਾਂ ਨੂੰ ਹੈ ਜਿਹਨੂੰ ਧੁਰ ਤੋਂ ਵਾਹਿਗੁਰੂ ਲਿਖ ਕੇ ਭੇਜ ਦਿੰਦਾ ਹੈ।
ਜਿਹਨੂੰ ਧੁਰ ਤੋਂ ਪਰਮਾਤਮਾ ਦੇ ਦਿੰਦਾ ਹੈ। ਮਹੱਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਘਰ ਦੇ ਵਿੱਚ ਮਤਲਬ ਹਿਰਦੇ ਦੇ ਅੰਦਰ, ਮਨ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਨੇ ਇੱਥੇ ਅੰਮ੍ਰਿਤ ਟਿਕਾ ਕੇ ਰੱਖਿਆ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਮਨ ਦੇ ਪਿੱਛੇ ਦੌੜਦਾ ਪਿਆ ਉਹਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ। ਮਨਮੁਖ ਸਾਧ ਨਾ ਪਾਇਆ, ਮਨਮੁਖ ਨੂੰ ਉਸ ਦਾ ਸਵਾਦ ਹੀ ਨਹੀਂ ਆਇਆ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਕਹਿੰਦੇ ਜਿਵੇਂ ਕਸਤੂਰੀ ਹੁੰਦੀ ਏ ਹਿਰਨ ਦੀ ਅੰਦਰ, ਨਾਭੀ ਦੇ ਅੰਦਰ ਹਿਰਨ ਦੀ ਧੁੰਨੀ ਦੇ ਵਿੱਚ ਹੁੰਦੀ ਏ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਹਿਰਨ ਨੂੰ ਨਹੀਂ ਨਾ ਪਤਾ ਕਿ ਕਸਤੂਰੀ ਮੇਰੇ ਅੰਦਰ ਸੀ, ਉਹ ਬਾਹਰੋਂ ਲੱਭਦਾ ਫਿਰਦਾ, ਸ਼ਾਇਦ ਖੁਸ਼ਬੂ ਬਾਹਰੋਂ ਆਉਂਦੀ ਪਈ ਹੈ ਤੇ ਮੈਂ ਦੌੜ ਕੇ ਜਾ ਕੇ ਲੱਭ ਲਵਾਂ। ਸਤਿਗੁਰੂ ਮਹਾਰਾਜ ਕਹਿੰਦੇ ਮਨਮੁਖ ਬੰਦੇ ਦੀ ਹਾਲਤ ਵੀ ਇਸੇ ਤਰ੍ਹਾਂ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਪ ਖਵਾਇਆ। ਹੁਣ ਕਸਤੂਰੀ ਜਦੋਂ ਲੱਭਣ ਵਾਸਤੇ ਹਿਰਨ ਦੌੜਦਾ ਹੈ ਨਾ, ਕਹਿੰਦੇ ਉਹ ਦੌੜਦਾ ਦੌੜਦਾ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਉਹਦੀ ਮੌਤ ਵੀ ਹੋ ਜਾਂਦੀ ਹੈ ਲੱਭਦਿਆਂ ਲੱਭਦਿਆਂ। ਕਈ ਵਾਰੀ ਉਹ ਝਾੜੀਆਂ 'ਚ ਵੀ ਜਾ ਕੇ ਫਸ ਜਾਂਦਾ, ਸਿੰਘ ਫਸ ਜਾਂਦੇ ਨੇ, ਨਿਕਲਿਆ ਹੀ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਤਜ, ਅੰਦਰਲਾ ਅੰਮ੍ਰਿਤ ਛੱਡ ਕੇ ਬਿਖ ਸੰਗ੍ਰਹਿ, ਬਾਹਰ ਦੌੜਦਾ ਪਿਆ ਹੈ, ਬਾਹਰੋਂ ਲੱਭਦਾ ਪਿਆ ਹੈ। ਕਰਤੇ ਆਪ ਖਵਾਇਆ, ਕਹਿੰਦੇ ਇਸ ਤਰ੍ਹਾਂ ਕਰਤੇ ਨੇ ਬੇਦੀ ਬਣਾ ਦਿੱਤੀ ਕਿ ਜਿਹੜਾ ਮਨ ਪਿੱਛੇ ਦੌੜਦਾ ਉਹ ਖੁਆਰ ਹੋ ਜਾਂਦਾ ਹੈ। ਗੁਰਮੁਖ ਵੇਲੇ ਸੋਝੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਰਾਹੀਂ, ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਰਾਹੀਂ ਵਿਰਲਿਆਂ ਨੂੰ ਇਹ ਸੋਝੀ, ਇਹ ਸਮਝ ਮਿਲ ਗਈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਤਿਨਾਂ ਅੰਦਰ ਬ੍ਰਹਮ ਦਿਖਾਇਆ। ਇੱਕ ਬਾਹਰੋਂ ਭੱਜੇ ਫਿਰਦੇ ਨੇ, ਸੁੱਖ ਸ਼ਾਂਤੀ ਬਾਹਰੋਂ ਲੱਭਦੇ ਫਿਰਦੇ ਨੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਨੇ ਇਹ ਸਮਝ ਦੇ ਦਿੱਤੀ, ਅੰਦਰ ਟਿਕਾ ਦਿੱਤਾ। ਅੰਦਰ ਬ੍ਰਹਮ ਦਿਖਾਇਆ, ਤਨ ਮਨ ਸ਼ੀਤਲ ਹੋਇਆ, ਰਸਨਾ ਹਰਸਾਦ ਆਇਆ। ਉਹਦਾ ਮਨ ਠੰਡਾ ਹੋ ਗਿਆ, ਵਿਕਾਰਾਂ ਦੀ ਤੜਫ ਦੇ ਵਿੱਚ ਤਪਦਾ ਪਿਆ ਸੀ, ਤ੍ਰਿਸ਼ਨਾ ਦੀ ਅੰਦਰ ਅੱਗ ਬਲਦੀ ਪਈ ਸੀ। ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਾਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਸੜਦਾ ਹੋਇਆ ਤਨ ਤੇ ਮਨ ਗੁਰੂ ਨੇ ਸ਼ੀਤਲ ਕਰ ਦਿੱਤਾ, ਰਸਨਾ ਹਰਸਾਦ ਆਇਆ। ਜਿਹੜੀ ਜੀਭ ਨਿੰਦਿਆ ਤੇ ਚੁਗਲੀ ਦੇ ਸਵਾਦ ਲੈਂਦੀ ਪਈ ਸੀ, ਉਹਨਾਂ ਨੂੰ ਸ਼ਬਦ ਦਾ ਸਵਾਦ ਆਉਣ ਲੱਗ ਪਿਆ, ਸ਼ਬਦ ਦਾ ਆਨੰਦ ਆਉਣ ਲੱਗ ਪਿਆ। ਸ਼ਬਦੇ ਹੀ ਨਾਮ ਊਪਜੈ, ਸ਼ਬਦੇ ਮੇਲ ਮਿਲਾਇਆ। ਸ਼ਬਦ ਦੇ ਰਾਹੀਂ ਹੀ ਨਾਂ ਪੈਦਾ ਹੁੰਦਾ ਹੈ ਤੇ ਸ਼ਬਦ ਦੇ ਰਾਹੀਂ ਹੀ ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਸਤਿਗੁਰੂ ਮਹਾਰਾਜ ਕਹਿੰਦੇ ਸ਼ਬਦ ਹੀ ਅੰਮ੍ਰਿਤ ਹੈ ਤੇ ਗੁਰੂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ। ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਏ। ਸਤਿਗੁਰੂ ਮਹਾਰਾਜ ਕਹਿੰਦੇ ਉਹ ਹੈ ਤਾਂ ਅਗੰਮ, ਹੈ ਤਾਂ ਪਹੁੰਚ ਤੋਂ ਪਰੇ, ਦੱਸੋ ਕਹੋ ਕਿਤ ਬਿਦ ਪਾਈਏ, ਦੱਸੋ ਕਿਸ ਤਰੀਕੇ ਦੇ ਨਾਲ ਉਹਨੂੰ ਪ੍ਰਾਪਤ ਕਰੀਏ। ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਾਨ। ਹੁਣ ਅਦ੍ਰਿਸ਼ਟ ਤੇ ਵਿਸ਼ਰਾਮ ਲੱਗਣਾ ਹੈ। ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਨਾ ਤੇ ਉਹਦਾ ਕੋਈ ਰੂਪ ਹੈ, ਨਾ ਉਹਦੀ ਕੋਈ ਰੇਖਾ ਹੈ। ਰੇਖਾ ਤੋਂ ਭਾਵ ਕਿ ਉਹਦੇ ਹੱਥ ਦੀਆਂ ਰੇਖਾ ਨਹੀਂ, ਉਹਦਾ ਕੋਈ ਰੂਪ ਨਹੀਂ। ਅਦ੍ਰਿਸ਼ਟ, ਜਿਹੜਾ ਦ੍ਰਿਸ਼ਟਮਾਨ ਨਹੀਂ, ਜਿਹੜਾ ਦਿਖਦਾ ਹੀ ਨਹੀਂ। ਤਿਸ ਕਹੋ ਜਨ, ਹੇ ਜਨੋ, ਹੇ ਸੇਵਕੋ, ਹੇ ਸੰਤੋ, ਹੇ ਭਗਤੋ, ਕਹੋ ਕਿਉਂ ਧਿਆਈਏ, ਦੱਸੋ ਫਿਰ ਕਿਵੇਂ ਨਹੀਂ। ਜਿਹੜਾ ਅਦ੍ਰਿਸ਼ਟ ਹੈ, ਜਿੰਦਾ ਕੋਈ ਰੂਪ। ਕਾਰ ਨਿਰੰਜਨ ਹਰ ਅਗੰਮ, ਅਕਾਰੇ, ਆਕਾਰ ਤੋਂ ਰਹਿਤ। ਨਿਰੰਕਾਰ ਦੋ ਸ਼ਬਦ ਨੇ। ਨਿਰ ਗੁਰਦੁਆਰਾ ਸਾਹਿਬ ਆਕਾਰ ਏ, ਆਪੱਖੇ ਆਕਾਰ ਨੇ। ਜਿਹੜੀ ਚੀਜ਼ ਦਿਸਦੀ